ਵੈਲਕਮ ਟੂ ਸਟੱਡੀ ਸ਼ੋਕਟ। ਹਿਅਰ ਸਟੱਡੀ ਬਿਕਮਸ ਈਜ਼ੀਅਰ। 66 35 ਈਟੀਟੀ ਤੇ 22 ਈਟੀਟੀ ਦੀਆਂ ਪੋਸਟਾਂ ਦੀ ਜਿਹੜੀ ਆਂਸਰ ਕੀ ਹੈ ਜੋ ਆਊਟ ਹੋ ਚੁੱਕੀ ਹੈ। ਸੋ ਆਂਸਰ ਕੀ ਤੋਂ ਬਾਅਦ ਹੁਣ ਗੱਲ ਆ ਜਾਂਦੀ ਹੈ ਜੀ ਓਬਜੈਕਸ਼ਨਸ ਦੀ, ਕਿ ਹੁਣ ਓਬਜੈਕਸ਼ਨਸ ਜਿਹੜੇ ਆ ਉਹ ਕਿਹੜੇ ਕੁਐਸਚਨ ਤੇ ਲੱਗਣਗੇ, ਕਿਉਂਕਿ ਹਰ ਕਿਸੇ ਨੂੰ ਆਪਣੇ ਦੇ ਅਕੋਰਡਿੰਗ ਜਿਹੜਾ ਕੁਐਸਚਨ ਦਾ ਆਂਸਰ ਸਹੀ ਲੱਗਦਾ ਹੈ। ਆਪਾਂ ਇੱਥੇ ਤੁਹਾਨੂੰ ਗੱਲ ਕਲੀਅਰ ਕਰ ਦਈਏ, ਕਿਉਂਕਿ ਡਾਊਟ ਲਗਾਉਣੇ ਔਰ ਡਾਊਟ ਲਗਾਉਣ ਤੇ ਫੀਸ ਵੀ ਜਿਹੜੀ ਰੱਖੀ ਗਈ ਹੈ। ਬੈਟਰ ਹੈ ਕਿ ਆਪਾਂ ਬਿਲਕੁਲ ਸਟੀਕ ਕੁਐਸਚਨ ਤੇ ਹੀ ਡਾਊਟ ਜਿਹੜਾ ਹੈ ਓਬਜੈਕਸ਼ਨ ਹੈ ਉਹ ਲਗਾਈਏ, ਤੇ ਓਬਜੈਕਸ਼ਨ ਉਹ ਜਿਹੜੀ ਹੈ ਫਿਰ ਉਸਦਾ ਹੱਲ ਵੀ ਜਿਹੜਾ ਉਹ ਸਹੀ ਨਿਕਲ ਕੇ ਆਵੇ। ਕਿਉਂਕਿ ਐਵੇਂ ਫਿਰ ਜਦੋਂ ਆਪਾਂ ਕੋਈ ਕੁਐਸਚਨ ਤੇ ਡਾਊਟ ਲਗਾ ਦਿੰਦੇ ਆ ਜਾਂ ਓਬਜੈਕਸ਼ਨ ਲਗਾ ਦਿੰਦੇ ਆ ਤਾਂ ਫਿਰ ਉਹ ਜਿਹੜੀ ਹੈ ਉੱਤੇ ਇੱਕ ਆਸ ਵੀ ਬਣ ਜਾਂਦੀ ਹੈ। ਆਪਾਂ ਤੁਹਾਨੂੰ ਦੱਸਾਂਗੇ ਜੀ ਕਿਹੜੇ ਕੁਐਸਚਨ ਤੇ ਜਿਹੜੀ ਹੈ ਓਬਜੈਕਸ਼ਨ ਲੱਗ ਸਕਦੀ ਹੈ ਤੇ ਕਿਹੜੇ ਕੁਐਸਚਨ ਦੇ ਜਿਹੜੇ ਤੁਹਾਡੇ ਡਾਊਟਸ ਹੈਗੇ ਆ ਉਹ ਕਿਵੇਂ ਤੇ ਕਿੱਥੋਂ ਕਲੀਅਰ ਹੋ ਸਕਦੇ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਪੰਜਾਬੀ ਦੀ। ਪੰਜਾਬੀ ਸੈੱਟ ਜਿਹੜਾ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ। ਮੈਂ ਤੁਹਾਨੂੰ ਕੁਐਸਚਨ ਜਿਹੜਾ ਬੋਲ ਦੇਵਾਂਗੀ ਤੇ ਤੁਸੀਂ ਆਪਣੇ ਸੈੱਟ ਦੇ ਵਿੱਚ ਦੇਖ ਲਿਓ ਕਿ ਕੁਐਸਚਨ ਨੰਬਰ ਕਿਹੜਾ ਹੈ। ਸਭ ਤੋਂ ਵੱਧ ਕੁਐਸਚਨ ਜਿਹੜੇ ਡਾਊਟ ਦੇ ਵਿੱਚ ਹੈ ਉਹ ਪੰਜਾਬੀ ਸਬਜੈਕਟ ਦੇ ਹੀ ਹੈਗੇ ਆ, ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕੁਐਸਚਨ ਆ ਜਾਂਦਾ ਜੀ ਖਾਲੀ ਸਥਾਨ ਭਰੋ ਦਾ, ਜਿਹਦੇ ਵਿੱਚ ਸੀਗਾ ਜੀ ਅੰਨਾ ਵੰਡੇ ਡੈਸ਼ ਮੁੜ ਮੁੜ ਆਪਣਿਆਂ ਨੂੰ। ਤਾਂ ਇਹਦੇ ਵਿੱਚ ਜਿਹੜਾ ਹੈ ਆਪਸ਼ਨਸ ਦੇ ਵਿੱਚ ਜਿਹੜੀ ਡਾਊਟ ਹੈ ਉਹ ਰਿਓੜੀਆਂ ਤੇ ਸ਼ੀਰਨੀਆਂ ਜਿਹੜਾ ਡਾਊਟ ਬਣਿਆ ਹੋਇਆ। ਤੇ ਇਹ ਜਿਹੜਾ ਪੰਜਾਬੀ ਦਾ ਕੁਐਸਚਨ ਹੈਗਾ ਜੀ, ਇਸ ਦੇ ਵਿੱਚ ਰਿਓੜੀਆਂ ਜਿਹੜਾ ਹੈ ਉਹਨਾਂ ਨੇ ਸਹੀ ਕੀਤਾ ਹੋਇਆ, ਲੇਕਿਨ ਸ਼ੀਰਨੀਆਂ ਜਿਹੜਾ ਕਈ ਕਹਿੰਦੇ ਆ ਵੀ ਸ਼ੀਰਨੀਆਂ ਵੀ ਆ ਸਕਦਾ ਸੀ, ਤੇ ਇਸ ਕਰਕੇ ਉਹ ਜਿਹੜੇ ਇਸ ਕੁਐਸਚਨ ਦੇ ਵਿੱਚ ਗ੍ਰੇਸ ਮਾਰਕਸ ਜਿਹੜੇ ਮਿਲਣੇ ਚਾਹੀਦੇ ਆ। ਲੇਕਿਨ ਆਪਾਂ ਤੁਹਾਨੂੰ ਦੱਸ ਦਈਏ ਜੀ ਅੰਨਾ ਵੰਡੇ ਡੈਸ਼ ਮੁੜ ਮੁੜ ਆਪਣਿਆਂ ਨੂੰ, ਤਾਂ ਇਹਦੇ ਵਿੱਚ ਰਿਓੜੀਆਂ ਤੇ ਸ਼ੀਰਨੀ ਵਰਡ ਦੋਨੋਂ ਹੀ ਯੂਜ਼ ਹੋ ਜਾਂਦੇ ਆ, ਪਰ ਸ਼ੀਰਨੀ ਵਰਡ ਯੂਜ਼ ਹੁੰਦਾ, ਸ਼ੀਰਨੀਆਂ ਵਰਡ ਯੂਜ਼ ਨਹੀਂ ਹੁੰਦਾ। ਤੇ ਇੱਥੇ ਆਏਗਾ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਅੰਨਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ। ਤਾਂ ਇੱਥੇ ਜਿਹੜਾ ਸ਼ੀਰਨੀਆਂ ਵਰਡ ਲਿਖਿਆ ਹੋਇਆ ਜਿਹੜਾ ਗਲਤ ਹੈ। ਸ਼ੀਰਨੀ ਵਰਡ ਆਉਂਦਾ, ਅਗਰ ਇੱਥੇ ਸ਼ੀਰਨੀ ਲਿਖਿਆ ਹੁੰਦਾ ਤਾਂ ਦੋਨੋਂ ਹੀ ਸਹੀ ਹੋ ਜਾਣੇ ਸੀ, ਪਰ ਇਹਨਾਂ ਨੇ ਇੱਥੇ ਸ਼ੀਰਨੀਆਂ ਲਿਖਿਆ ਹੋਇਆ ਜੋ ਕਿ ਇੱਥੇ ਸਹੀ ਨਹੀਂ ਹੈ। ਤੇ ਆਈ ਹੋਪ ਤੁਹਾਨੂੰ ਜਿਹੜਾ ਇਹ ਕੁਐਸਚਨ ਡਾਊਟ ਦੇ ਵਿੱਚ ਜਿਨ੍ਹਾਂ ਦੇ ਮਾਈਂਡ ਸੀਗਾ ਉਹ ਕਲੀਅਰ ਹੋ ਗਿਆ ਹੋਣਾ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਹੈ, ਇੱਕ ਸਮਾਜ ਵੱਲੋਂ ਕੱਢੀ ਗਈ ਕਾਰਡ ਨੂੰ ਦੂਜੇ ਸਮਾਜ ਅਪਣਾ ਲੈਣ ਤਾਂ ਉਸਨੂੰ ਕਿਹਾ ਜਾਂਦਾ ਹੈ। ਤਾਂ ਇਸ ਵਿੱਚ ਜੋ ਆਂਸਰ ਕੀ ਓਫੀਸ਼ੀਅਲ ਆਂਸਰ ਕੀ ਆਈ ਹੈ, ਉਸਦੇ ਵਿੱਚ ਖਿੰਡਾ ਜਿਹੜਾ ਉਹ ਸਹੀ ਵਰਡ ਜਿਹੜਾ ਨੇ ਆਂਸਰ ਦਿੱਤਾ ਹੋਇਆ ਖਿੰਡਾ, ਪਰ ਇਸ ਦਾ ਸਹੀ ਆਂਸਰ ਆਏਗਾ ਜੀ ਸੱਭਿਆਚਾਰੀਕਰਨ। ਕਿਉਂਕਿ ਆਪਾਂ ਤੁਹਾਨੂੰ ਦੱਸ ਦਈਏ ਜੀ ਸੱਭਿਆਚਾਰੀਕਰਨ ਕੀ ਹੁੰਦਾ, ਸੱਭਿਆਚਾਰੀਕਰਨ ਦੀ ਡੈਫੀਨੇਸ਼ਨ ਕੀ ਹੈ। ਆਪਾਂ ਤੁਹਾਨੂੰ ਦੱਸ ਦਈਏ 2364 ਦੇ ਵਿੱਚ ਜਦੋਂ 2364 ਦੀ ਤਿਆਰੀ ਕੀਤੀ ਹੋਏਗੀ ਉਦੋਂ ਕਾਫੀ ਕੈਂਡੀਡੇਟਸ ਨੇ ਇਹਨਾਂ ਜਿਹੜੇ ਟਰਮਸ ਹੈਗੀਆਂ ਦੀ ਕਾਫੀ ਤਿਆਰੀ ਕੀਤੀ ਸੀਗੀ ਸੱਭਿਆਚਾਰ ਦੇ ਰਿਲੇਟਡ, ਕਿਉਂਕਿ 66 35 ਦੇ ਵਿੱਚ ਮੋਸਟਲੀ ਕੈਂਡੀਡੇਟਸ ਨੇ ਰਚਨਾਵਾਂ ਸਾਹਿਤ ਦੇ ਵਿੱਚ ਰਚਨਾਵਾਂ ਦੀ ਜਿਹੜੀ ਉਹ ਤਿਆਰੀ ਕੀਤੀ ਹੈ। ਪਰ ਫਿਰ ਵੀ ਅਗਰ ਕਿਸੇ ਨੇ ਤਿਆਰੀ ਕੀਤੀ ਹੋਵੇ ਜਾਂ ਪੜ੍ਹਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੋਏਗਾ ਜੀ ਸੱਭਿਆਚਾਰੀਕਰਨ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਹੈ ਕਿ ਜਦੋਂ ਦੋ ਸੱਭਿਆਚਾਰ ਆਪਸ ਦੇ ਵਿੱਚ ਮਿਲਦੇ ਨੇ ਉਦੋਂ ਜਿਹੜਾ ਉਸਨੂੰ ਆਪਾਂ ਸੱਭਿਆਚਾਰੀਕਰਨ ਕਹਿੰਦੇ ਹਾਂ। ਸੋ ਇਸ ਦੇ ਵਿੱਚ ਵੀ ਇਹੀ ਹੈ ਕਿ ਇੱਕ ਸਮਾਜ ਵੱਲੋਂ ਕੱਢੀ ਗਈ ਕਾਰਡ ਜਦ ਦੂਜਾ ਸਮਾਜ ਅਪਣਾ ਲੈਂਦਾ ਉਸਨੂੰ ਸੱਭਿਆਚਾਰੀਕਰਨ ਕਹਿੰਦੇ ਨੇ। ਤੇ ਯਾਨੀ ਦੋ ਸੱਭਿਆਚਾਰ ਇਸ ਦੇ ਵਿੱਚ ਆਪਸ ਦੇ ਵਿੱਚ ਮਿਲ ਰਹੇ ਹੁੰਦੇ ਨੇ ਤਾਂ ਉਸਨੂੰ ਸੱਭਿਆਚਾਰੀਕਰਨ ਹੀ ਕਿਹਾ ਜਾਂਦਾ ਹੈ। ਜਾਂ ਇਸ ਤੋਂ ਇਲਾਵਾ ਸੱਭਿਆਚਾਰੀ ਅਨੁਕੂਲੀਕਰਨ ਹੁੰਦਾ ਹੈ, ਸੱਭਿਆਚਾਰੀ ਤਣਾਅ ਵਰਡ ਹੁੰਦਾ ਹੈ। ਖਿੰਡਾ ਸ਼ਬਦ ਜਿਹੜਾ ਇਸ ਦੇ ਵਿੱਚ ਸਹੀ ਨਹੀਂ ਹੈ। ਸੋ ਇਸ ਕੁਐਸਚਨ ਤੇ ਓਬਜੈਕਸ਼ਨ ਲੱਗ ਸਕਦੀ ਹੈ, ਸੱਭਿਆਚਾਰੀਕਰਨ ਇਜ਼ ਦਾ ਰਾਈਟ ਆਪਸ਼ਨ ਬਣਦਾ। ਤਾਂ ਇਹ ਹੋ ਗਿਆ ਜੀ ਪੰਜਾਬੀ ਦਾ ਕੁਐਸਚਨ ਜਿਸ ਤੇ ਓਬਜੈਕਸ਼ਨ ਬਣਦੀ ਹੈ। ਕੁਐਸਚਨ ਨੰਬਰ ਤੁਸੀਂ ਆਪਣੇ ਆਪਣੇ ਸੈੱਟ ਦੇ ਅਕੋਰਡਿੰਗ ਦੇਖ ਸਕਦੇ ਹੋ। ਉਸ ਤੋਂ ਬਾਅਦ ਕੁਐਸਚਨ ਇਹਦੇ ਵਿੱਚ ਆ ਜਾਂਦਾ ਹੈ ਜੀ ਪੰਜਾਬੀ ਸੱਭਿਆਚਾਰ ਦਾ ਮੂਲ ਸੋਮਾ ਕੀ ਹੈ, ਸਥਾਨਕ, ਭਾਰਤੀ, ਵਿਦੇਸ਼ੀ ਜਾਂ ਉਪਰੋਕਤ ਸਾਰੇ। ਰਾਈਟ ਆਂਸਰ ਜਿਹੜਾ ਓਫੀਸ਼ੀਅਲ ਆਂਸਰ ਕੀ ਵੱਲੋਂ ਕੀਤਾ ਗਿਆ ਉਪਰੋਕਤ ਸਾਰੇ ਕੀਤਾ ਗਿਆ। ਇਸ ਬਾਰੇ ਆਪਾਂ ਤੁਹਾਨੂੰ ਪਹਿਲਾਂ ਗੂਗਲ ਦੇ ਵਿੱਚ ਸ਼ੋ ਕਰਦੇ ਹਾਂ ਕਿ ਆਪਾਂ ਗੂਗਲ ਤੋਂ ਸਰਚ ਕਰਕੇ ਕੀ ਇਸ ਦੇ ਵਿੱਚ ਫਾਈਂਡ ਕੀਤਾ। ਤੁਸੀਂ ਦੇਖ ਸਕਦੇ ਹੋ ਆਪਾਂ ਸਰਚ ਕੀਤਾ ਤੇ ਵਿਕੀਪੀਡੀਆ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਆਪਾਂ ਇਹਦੇ ਵਿੱਚ ਜਿਹੜਾ ਇੱਥੇ ਪੜ੍ਹ ਰਹੇ ਹਾਂ। ਤੇ ਵਰਗੀਕਰਨ ਦੇ ਵਿੱਚ ਅਗਰ ਆਪਾਂ ਜਾ ਕੇ ਦੇਖੀਏ ਤਾਂ ਵਰਗੀਕਰਨ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਜਿਹੜੇ ਹੈ ਆਪਾਂ ਪੜ੍ਹੀਏ ਡਾਕਟਰ ਗੁਰਬਖਸ਼ ਸਿੰਘ ਫਰੈਂਕ। ਇਹਨਾਂ ਨੇ ਪੰਜਾਬੀ ਸੱਭਿਆਚਾਰ ਦੇ ਸੋਮਿਆਂ ਨੂੰ 3 ਭਾਗਾਂ ਵਿੱਚ ਵੰਡਿਆ ਹੈ, ਜਿਹਦੇ ਵਿੱਚ ਸਥਾਨਕ ਸੋਮੇ ਜਦ ਇਹ ਗੱਲ ਕਰਦੇ ਨੇ ਤੇ ਵੀ ਸੱਭਿਆਚਾਰ ਦਾ ਬੁਨਿਆਦੀ ਸੋਮਾ ਉਸਦੀ ਆਪਣੀ ਹੋਂਦ ਹੁੰਦਾ ਹੈ। ਤਾਂ ਕਿਸੇ ਵੀ ਸੱਭਿਆਚਾਰ ਦੇ ਕਈ ਸੋਮੇ ਹੋ ਸਕਦੇ ਹਨ, ਲੇਕਿਨ ਉਸਦਾ ਜੋ ਬੁਨਿਆਦੀ ਸੋਮਾ ਹੁੰਦਾ ਹੈ, ਮੂਲ ਸੋਮਾ ਹੁੰਦਾ ਜੀ, ਉਹ ਉਸਦਾ ਆਪਣਾ ਸੱਭਿਆਚਾਰ ਸਥਾਨਕ ਹੀ ਹੁੰਦਾ ਹੈ। ਹਰ ਜਿਉਂਦਾ ਜਾਗਦਾ ਸੱਭਿਆਚਾਰ ਆਪਣੇ ਹੀ ਅੰਸ਼ਾਂ ਨੂੰ ਨਵਿਆਉਂਦਾ, ਆਪਣੇ ਹੀ ਅੰਸ਼ਾਂ ਤੋਂ ਨਵੇਂ ਅੰਸ਼ ਸਿਰਜਦਾ, ਅਣਚਾਹੇ ਅੰਸ਼ਾਂ ਨੂੰ ਰੱਦਦਾ ਰਹਿੰਦਾ ਹੈ। ਇਹ ਇਸ ਦੇ ਜੀਵਿਤ ਹੋਣ ਦਾ ਸਿੱਟਾ ਵੀ ਹੁੰਦਾ ਹੈ ਤੇ ਸਬੂਤ ਵੀ। ਚਿੰਤਨ ਵਿੱਚ ਪੈਦਾ ਹੋਇਆ ਹਰ ਨਵਾਂ ਖਿਆਲ ਅਗਲੇ ਖਿਆਲ ਨੂੰ ਉਤੇਜਿਤ ਕਰਦਾ, ਉਸ ਲਈ ਸੋਮੇ ਦਾ ਕੰਮ ਕਰ ਦਿੰਦਾ ਹੈ। ਸਾਹਿਤ ਵਿੱਚ ਆਇਆ ਹਰ ਨਵਾਂ ਅੰਸ਼ ਅਗਲੀਆਂ ਕਿਰਤਾਂ ਵਿੱਚ ਥਾਂ ਬਣਾ ਲੈਂਦਾ ਹੈ। ਸੋ ਇਸ ਦੇ ਵਿੱਚੋਂ ਜਿਹੜੀ ਗੱਲ ਕਲੀਅਰ ਹੁੰਦੀ ਹੈ ਕਿ ਸੱਭਿਆਚਾਰ ਦਾ ਜਿਹੜਾ ਬੁਨਿਆਦੀ ਸੋਮਾ ਮੂਲ ਸੋਮਾ ਜੀ ਉਹ ਸਥਾਨਕ ਸੋਮਾ ਹੀ ਰਹੇਗਾ। ਬਾਕੀ ਜਿਹੜੇ 2 ਸੋਮੇ ਹੋਰ ਦਿੱਤੇ ਗਏ ਨੇ ਭਾਰਤੀ ਸੋਮੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਨੀਚੇ ਵਿਦੇਸ਼ੀ ਸੋਮੇ। ਵਿਦੇਸ਼ੀ ਸੋਮੇ ਤੇ ਭਾਰਤੀ ਸੋਮੇ ਵੀ ਜਿਹੜੇ ਇਸ ਦੇ ਪਾਰਟ ਹੁੰਦੇ ਆ ਜੀ ਪੰਜਾਬੀ ਸੱਭਿਆਚਾਰ ਦੇ ਸੋਮਿਆਂ ਦੇ, ਲੇਕਿਨ ਉਹ ਬੁਨਿਆਦੀ ਸੋਮੇ ਨਹੀਂ ਹੁੰਦੇ, ਮੂਲ ਸੋਮੇ ਨਹੀਂ ਹੁੰਦੇ। ਕਿਸੇ ਵੀ ਸੱਭਿਆਚਾਰ ਦਾ ਮੂਲ ਸੋਮਾ ਉਹਦਾ ਆਪਣਾ ਸਥਾਨਕ ਸੋਮਾ ਹੀ ਮੰਨਿਆ ਜਾਂਦਾ। ਤਾਂ ਜਿੱਥੇ ਤੱਕ ਮੈਨੂੰ ਲੱਗਦਾ ਜੀ ਇਸ ਕੁਐਸਚਨ ਦਾ ਵੀ ਜਿਹੜਾ ਹੈਗਾ ਉਹ ਆਂਸਰ ਇਹ ਆਉਣਾ ਚਾਹੀਦਾ ਹੈ। ਬਾਕੀ ਤੁਸੀਂ ਇਸ ਨੂੰ ਓਬਜੈਕਸ਼ਨ ਦੇ ਵਿੱਚ ਪਾ ਸਕਦੇ ਹੋ। 2 ਕੁਐਸਚਨ ਆਪਾਂ ਤੁਹਾਨੂੰ ਓਬਜੈਕਸ਼ਨ ਦੇ ਵਿੱਚ ਪਾਉਣ ਲਈ ਦੱਸੇ ਹਨ, ਇੱਕ ਸਮਾਜ ਵੱਲੋਂ ਕੱਢੀ ਗਈ ਕਾਰਡ ਵਾਲਾ ਤੇ ਦੂਸਰਾ ਪੰਜਾਬੀ ਸੱਭਿਆਚਾਰ ਦੇ ਮੂਲ ਸੋਮਾ ਵਾਲਾ। ਪੰਜਾਬੀ ਸੱਭਿਆਚਾਰ ਦਾ ਜਿਹੜਾ ਹੈ ਸੱਭਿਆਚਾਰੀਕਰਨ ਉਹਦੀ ਗੱਲ ਕਲੀਅਰ ਹੈ ਜੀ, ਸੱਭਿਆਚਾਰੀਕਰਨ ਹੀ ਉਸਦਾ ਰਾਈਟ ਆਂਸਰ ਬਣਦਾ ਹੈ।
ਬਾਕੀ ਪੰਜਾਬੀ ਸੱਭਿਆਚਾਰ ਦਾ ਮੂਲ ਸੋਮਾ ਕਿਹੜਾ ਹੋਏਗਾ, ਉਸਦਾ ਜਿਹੜਾ ਹਵਾਲਾ ਆਪਾਂ ਤੁਹਾਨੂੰ ਦੱਸ ਦਿੱਤਾ ਹੈ, ਕਲੈਰੀਫਿਕੇਸ਼ਨ ਇੱਥੋਂ ਦਿੱਤੀ ਹੈ ਤੁਹਾਨੂੰ, ਜਿਹਦੇ ਵਿੱਚ ਇੱਥੇ ਸਾਫ਼ ਲਿਖਿਆ ਹੋਇਆ ਕਿ ਸਥਾਨਕ ਸੋਮੇ ਹੀ ਉਸਦਾ ਬੁਨਿਆਦੀ ਸੋਮੇ ਹਨ। ਬਾਕੀ ਓਬਜੈਕਸ਼ਨ ਲਗਾ ਕੇ ਦੇਖ ਲਓ। ਦੇ ਉਸ ਤੋਂ ਬਾਅਦ ਬੋਰਡ 'ਤੇ ਡਿਪੈਂਡ ਕਰਦਾ ਹੈ ਕਿ ਬੋਰਡ ਇਸ ਨੂੰ ਕਿਸ ਤਰ੍ਹਾਂ ਲੈਂਦਾ ਅਤੇ ਆਂਸਰ ਕੀ ਨੂੰ ਕਿਸ ਤਰ੍ਹਾਂ ਕਰੈਕਟ ਕਰਦਾ ਹੈ। ਸੋ ਪੰਜਾਬੀ ਦੇ ਵਿੱਚ ਇੱਕ ਤਾਂ ਮੁਹਾਵਰੇ ਨੂੰ ਲੈ ਕੇ ਡਾਊਟ ਸੀ, ਉਹ ਆਪਾਂ ਤੁਹਾਨੂੰ ਕਲੀਅਰ ਕਰਤਾ। 2 ਕੁਐਸਚਨ ਹੋਰ ਨੂੰ ਲੈ ਕੇ ਡਾਊਟ ਸੀ, ਉਹ ਵੀ ਆਪਾਂ ਤੁਹਾਨੂੰ ਕਲੀਅਰ ਕਰ ਦਿੱਤੇ ਹੈ ਕਿ ਉਸ 'ਤੇ ਜਿਹੜਾ ਉਹ ਓਬਜੈਕਸ਼ਨ ਲਗਾਈ ਜਾ ਸਕਦੀ ਹੈ, ਤੇ ਉਸਦੇ ਰਾਈਟ ਆਂਸਰ ਵੀ ਆਪਾਂ ਤੁਹਾਨੂੰ ਦੱਸ ਦਿੱਤੇ ਹੈ। ਇਸ ਤੋਂ ਬਾਅਦ ਹਿੰਦੀ ਦੇ ਵਿੱਚ ਇੱਕ ਡਾਊਟ ਹੈਗਾ ਜੀ ਕੁਐਸਚਨ ਦੇ ਵਿੱਚ। ਇੱਕ ਤਾਂ ਕੁਐਸਚਨ ਹੈ ਉਸਦੇ ਵਿੱਚ ਮੁਕੱਦਮਾ ਚਲਾने वाले व्यक्ति के लिए एक शब्द कौन सा है, ਤਾਂ ਉਸਦਾ ਰਾਈਟ ਆਂਸਰ ਹੈ ਜੀ ਅਭਿਯੋਕਤਾ। ਅਭਿਯੋਕਤਾ ਹੀ ਉਸਦਾ ਰਾਈਟ ਆਂਸਰ ਹੈ, ਲੇਕਿਨ ਕੁਝ ਕੈਂਡੀਡੇਟਸ ਇਹਦੇ ਵਿੱਚ ਉਲਝ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਭਿਯੁਕਤ ਇਸਦਾ ਰਾਈਟ ਆਂਸਰ ਹੈ। ਤੁਸੀਂ ਨੈੱਟ ਤੋਂ ਸਰਚ ਵੀ ਕਰ ਸਕਦੇ ਹੋ। ਅਭਿਯੁਕਤ ਉਹ ਵਿਅਕਤੀ ਹੁੰਦਾ ਜਿਸ ਦੇ ਉੱਪਰ ਮੁਕੱਦਮਾ ਚਲਾਇਆ ਜਾਂਦਾ ਹੈ, ਲੇਕਿਨ ਅਭਿਯੋਕਤਾ ਉਹ ਵਿਅਕਤੀ ਹੁੰਦਾ ਜਿਸ ਨੇ ਮੁਕੱਦਮਾ ਚਲਾਇਆ ਹੁੰਦਾ। ਤੁਸੀਂ ਚਾਹੋ ਤਾਂ ਨੈੱਟ 'ਤੇ ਸਰਚ ਕਰ ਸਕਦੇ ਹੋ। ਪੂਰੀ ਸ਼ੋਰਟੀ ਨਾਲ ਆਪਾਂ ਕਹਿੰਦੇ ਹਾਂ ਜੀ ਅਭਿਯੋਕਤਾ ਜਿਹੜਾ ਹੈਗਾ ਉਹ ਮੁਕੱਦਮਾ ਚਲਾਣੇ ਵਾਲਾ ਵਿਅਕਤੀ ਹੁੰਦਾ। ਸੋ ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਹੈ। ਇਹ ਡਾਊਟ ਇਸ ਦੇ ਵਿੱਚ ਕੋਈ ਵੀ ਨਹੀਂ ਹੈਗਾ, ਸੋ ਇਸ 'ਤੇ ਕੋਈ ਓਬਜੈਕਸ਼ਨ ਨਹੀਂ ਲੱਗ ਸਕਦਾ। ਇਸ ਤੋਂ ਇਲਾਵਾ ਹਿੰਦੀ ਦੇ ਵਿੱਚ ਇੱਕ ਕੁਐਸਚਨ ਹੈ ਆਚਾਰਿਆ ਸ਼ਬਦ ਦਾ ਤਦਭਵ ਕਿਆ ਹੈ। ਆਹਾਰਿਆ, ਅਚਾਰਜ, ਅਚਰਜ ਤੇ ਚਾਰਜ। ਇਹਦੇ ਵਿੱਚ ਰਾਈਟ ਆਪਸ਼ਨ ਉਹਨਾਂ ਨੇ ਬੀ ਆਪਸ਼ਨ ਅਚਾਰਜ ਮੰਨਿਆ ਹੈ, ਲੇਕਿਨ ਇਸ ਦੇ ਵਿੱਚ ਕੁਐਸਚਨ ਦੇ ਵਿੱਚ ਡਾਊਟ ਹੈ ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੀ ਇਸ ਕੁਐਸਚਨ ਦੇ ਵਿੱਚ ਜਿਹੜੀ ਹੈ ਗ੍ਰੇਸ ਮਾਰਕਸ ਸਭ ਨੂੰ ਮਿਲੇਗੀ। ਸੋ ਇਹ ਕੁਐਸਚਨ ਵੀ ਜਿਹੜਾ ਓਬਜੈਕਸ਼ਨ ਦੇ ਵਿੱਚ ਲੱਗ ਸਕਦਾ ਹੈ। ਸੋ ਆਚਾਰਿਆ ਸ਼ਬਦ ਦਾ ਤਦਭਵ ਕਿਆ ਹੈ, ਇਹ ਹਿੰਦੀ ਦੇ ਵਿੱਚੋਂ ਇਸ ਕੁਐਸਚਨ 'ਤੇ ਓਬਜੈਕਸ਼ਨ ਲੱਗ ਸਕਦੀ ਹੈ। ਸੋ ਆਪਣੇ ਮੁਤਾਬਿਕ ਹੁਣ ਤੱਕ ਪੰਜਾਬੀ ਦੇ ਵਿੱਚੋਂ 2 ਕੁਐਸਚਨ ਹੈ ਜਿਹੜੇ ਓਬਜੈਕਸ਼ਨ ਦੇ ਵਿੱਚ ਲੱਗ ਸਕਦੇ ਆ, ਅਤੇ ਹਿੰਦੀ ਦੇ ਵਿੱਚ ਇੱਕ ਕੁਐਸਚਨ ਹੈ ਆਚਾਰਿਆ ਵਾਲਾ, ਇਹ ਓਬਜੈਕਸ਼ਨ ਦੇ ਵਿੱਚ ਲੱਗ ਸਕਦਾ। ਇਸ ਤੋਂ ਇਲਾਵਾ ਜਿਹੜੇ ਕਈ ਕੈਂਡੀਡੇਟਸ ਦੇ ਡਾਊਟ ਜਿਹੜੇ ਆ ਉਹ ਐਸਐਸ ਦੇ ਵਿੱਚ ਬਣ ਰਹੇ ਆ ਜੀ। ਐਸਐਸ ਦੇ ਵਿੱਚ ਇੱਕ ਕੁਐਸਚਨ ਹੈ ਜਿਸ ਨੂੰ ਲੈ ਕੇ ਕੈਂਡੀਡੇਟਸ ਡਾਊਟ ਦੇ ਵਿੱਚ ਹੈਗੇ ਆ। ਜਿਹੜਾ ਕੁਐਸਚਨ ਹੈਗਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਐਸੋਸੀਏਟਿਡ ਵਿਦ ਪਿੰਕ ਰੈਵੋਲੂਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਗੁਲਾਬੀ ਇਨਕਲਾਬ ਨਾਲ ਜੁੜਿਆ ਹੋਇਆ ਹੈ। ਅਨੀਅਨ ਜਿਹੜਾ ਇਸ ਦੇ ਵਿੱਚ ਬੋਰਡ ਨੇ ਸਹੀ ਕੀਤਾ, ਪਿਆਜ਼ ਜਿਹੜਾ ਸਹੀ ਕੀਤਾ, ਜੋ ਕਿ ਬਿਲਕੁਲ ਰਾਈਟ ਆਪਸ਼ਨ ਹੈ। ਕਈ ਕੈਂਡੀਡੇਟਸ ਜਿਹੜੇ ਇਸ ਵਿੱਚ ਮੀਟ ਵੱਲ ਜਾ ਰਹੇ ਆ ਕਿ ਮੀਟ ਵੀ ਇਸ ਦਾ ਸਹੀ ਆਂਸਰ ਬਣ ਸਕਦਾ ਹੈ, ਪਰ ਆਪਾਂ ਤੁਹਾਨੂੰ ਦੱਸ ਦਈਏ ਮੀਟ ਇਸ ਦਾ ਸਹੀ ਆਂਸਰ ਨਹੀਂ ਹੈ, ਕਿਉਂਕਿ ਗੁਲਾਬੀ ਇਨਕਲਾਬ ਗੁਲਾਬੀ ਕ੍ਰਾਂਤੀ ਦੇ ਨਾਲ ਪਿਆਜ਼ ਤੇ ਝੀਂਗਾ ਮੱਛੀ ਜਿਹੜੀ ਆ ਉਸਦੇ ਨਾਲ ਇਹ ਰਿਲੇਟ ਕਰਦੇ ਨੇ। ਮੀਟ ਜਿਹੜੀ ਹੈਗੀ ਹੈ ਜੀ ਉਹ ਲਾਲ ਕ੍ਰਾਂਤੀ ਦੇ ਨਾਲ ਰਿਲੇਟ ਕਰਦੀ ਹੈ, ਸੋ ਮੀਟ ਗੁਲਾਬੀ ਦੇ ਵਿੱਚ ਨਹੀਂ ਆਉਂਦਾ। ਸੋ ਇਸ ਦੇ ਵਿੱਚ ਤੁਸੀਂ ਕਨਫਿਊਜ਼ ਨਾ ਹੋਵੋ, ਅਨੀਅਨ ਜਿਹੜਾ ਇਸ ਦਾ ਰਾਈਟ ਆਪਸ਼ਨ ਹੈਗਾ। ਸੋ ਇਹ ਵੀ ਜਿਹੜੀ ਚੀਜ਼ ਹੈ ਇੱਥੇ ਕਲੀਅਰ ਹੈ। ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦਈਏ ਜੀ ਇੰਗਲਿਸ਼ ਸਬਜੈਕਟ ਦੇ ਵਿੱਚ ਕੁਝ ਕੈਂਡੀਡੇਟਸ ਨੂੰ ਇੱਕ ਕੁਐਸਚਨ ਨੂੰ ਲੈ ਕੇ ਡਾਊਟ ਹੈਗਾ। ਕੁਐਸਚਨ ਹੈ ਆਈ ਟਰਾਈ ਵੈਰੀ ਹਾਰਡ ਇਨ ਸਕੂਲ ਡੈਸ਼ ਆਈ ਡੋਂਟ ਸਕੋਰ ਵੈਲ। ਇਸ ਦੇ ਵਿੱਚ ਜੋ ਆਪਸ਼ਨ ਦੇ ਵਿੱਚ ਡਾਊਟ ਬਣ ਰਿਹਾ ਉਹ ਹੈਗਾ ਜੀ ਡਿਸਪਾਈਟ ਤੇ ਯੈਟ ਦੇ ਵਿੱਚ ਡਾਊਟ ਬਣ ਰਿਹਾ, ਲੇਕਿਨ ਆਪਾਂ ਤੁਹਾਨੂੰ ਇੱਥੇ ਗੱਲ ਕਲੀਅਰ ਕਰ ਦਈਏ ਜਿਹੜੇ ਉਹਨਾਂ ਨੇ ਯੈਟ ਆਂਸਰ ਲਗਾਇਆ ਉਹ ਬਿਲਕੁਲ ਸਹੀ ਹੈ। ਕਿਉਂ ਸਹੀ ਹੈ, ਦੇਖੋ ਡਿਸਪਾਈਟ ਔਰ ਯੈਟ ਇਹ ਦੋਨੋਂ ਹੀ ਵਰਡ ਇੱਦਾਂ ਦੇ ਆ ਕਿ ਇੱਕ ਸੈਂਟੈਂਸ ਦੇ ਵਿੱਚ ਇੱਕ ਦੂਸਰੇ ਦੀ ਜਗ੍ਹਾ 'ਤੇ ਯੂਜ਼ ਹੋ ਸਕਦੇ ਆ। ਜਾਂ ਤਾਂ ਸੈਂਟੈਂਸ ਦੇ ਵਿੱਚ ਆਪਾਂ ਡਿਸਪਾਈਟ ਯੂਜ਼ ਕਰ ਲਈਏ ਜਾਂ ਫਿਰ ਯੈਟ ਯੂਜ਼ ਕਰ ਲਈਏ, ਲੇਕਿਨ ਇਸ ਨੂੰ ਯੂਜ਼ ਕਰਨ ਦਾ ਤਰੀਕਾ ਥੋੜ੍ਹਾ ਅਲੱਗ ਹੈ। ਅਗਰ ਆਪਾਂ ਡਿਸਪਾਈਟ ਵਰਡ ਯੂਜ਼ ਕਰਦੇ ਹਾਂ ਤਾਂ ਡੈਸ਼ ਜਿਹੜਾ ਉਹ ਸਭ ਤੋਂ ਅੱਗੇ ਆਉਣਾ ਸੀ। ਡਿਸਪਾਈਟ ਆਈ ਟਰਾਈ ਹਾਰਡ ਇਨ ਸਕੂਲ ਆਈ ਡੋਂਟ ਸਕੋਰ ਵੈਲ, ਯਾਨੀ ਕਿ ਡਿਸਪਾਈਟ ਸੈਂਟੈਂਸ ਦੇ ਅੱਗੇ ਆਉਣਾ ਸੀ। ਤਾਂ ਡੈਸ਼ ਹੈ ਉਹ ਦੋਨਾਂ ਸੈਂਟੈਂਸ ਦੇ ਵਿੱਚ ਦਿੱਤਾ ਹੋਇਆ, ਉੱਥੇ ਆਪਾਂ ਯੈਟ ਯੂਜ਼ ਕਰਦੇ ਹਾਂ। ਆਈ ਟਰਾਈ ਵੈਰੀ ਹਾਰਡ ਇਨ ਸਕੂਲ ਯੈਟ ਆਈ ਡੋਂਟ ਸਕੋਰ ਵੈਲ। ਤੁਸੀਂ ਚਾਹੋ ਤਾਂ ਇਸ ਨੂੰ ਨੈੱਟ ਤੋਂ ਵੀ ਜਿਹੜਾ ਸਰਚ ਕਰ ਸਕਦੇ ਹੋ, ਤੁਹਾਨੂੰ ਡਿਸਪਾਈਟ ਔਰ ਯੈਟ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਨੈੱਟ ਤੋਂ ਵੀ ਮਿਲ ਜਾਏਗੀ ਕਿ ਇਸ ਦਾ ਯੂਜ਼ ਜਿਹੜਾ ਕਿਵੇਂ ਹੋ ਸਕਦਾ ਹੈ। ਇੱਕ ਸੈਂਟੈਂਸ ਦੇ ਵਿੱਚ ਡਿਸਪਾਈਟ ਔਰ ਯੈਟ ਦੋਨੋਂ ਹੀ ਵਰਡ ਯੂਜ਼ ਹੋ ਸਕਦੇ ਹਨ, ਲਾਈਕ ਇਕੱਠੇ ਨਹੀਂ ਹੋ ਸਕਦੇ, ਜਾਂ ਤਾਂ ਡਿਸਪਾਈਟ ਕਰੋਗੇ ਜਾਂ ਫਿਰ ਯੈਟ ਯੂਜ਼ ਕਰੋਗੇ। ਲੇਕਿਨ ਅਗਰ ਡਿਸਪਾਈਟ ਕਰਦੇ ਹੋ ਤਾਂ ਤੁਸੀਂ ਡਿਸਪਾਈਟ ਆਈ ਟਰਾਈ ਵੈਰੀ ਹਾਰਡ ਇਨ ਸਕੂਲ ਲਗਾਓਗੇ। ਅਗਰ ਤੁਸੀਂ ਯੈਟ ਕਰਦੇ ਹੋ ਤਾਂ ਯੈਟ ਨੂੰ ਤੁਸੀਂ ਦੋਨਾਂ ਸੈਂਟੈਂਸ ਦੇ ਵਿੱਚ ਯੂਜ਼ ਕਰੋਗੇ। ਆਈ ਟਰਾਈ ਵੈਰੀ ਹਾਰਡ ਇਨ ਸਕੂਲ ਯੈਟ ਆਈ ਡੋਂਟ ਸਕੋਰ ਵੈਲ। ਸੋ ਇਹ ਜਿਹੜਾ ਇਸ ਦੇ ਵਿੱਚ ਕੋਈ ਡਾਊਟ ਨਹੀਂ ਹੈ। ਅਗਰ ਕਿਸੇ ਨੂੰ ਡਾਊਟ ਸੀਗਾ ਤਾਂ ਉਹ ਕਲੀਅਰ ਹੋ ਗਿਆ ਹੋਣਾ। ਬਾਕੀ ਤੁਸੀਂ ਨੈੱਟ 'ਤੇ ਵੀ ਇਸ ਚੀਜ਼ ਨੂੰ ਸਰਚ ਕਰ ਸਕਦੇ ਹੋ, ਤੁਹਾਨੂੰ ਹੋਰ ਜ਼ਿਆਦਾ ਕਲੈਰੀਫਿਕੇਸ਼ਨ ਹੋ ਜਾਏਗੀ। ਸੋ ਇਹ ਜਿਹੜਾ ਚੀਜ਼ ਹੈ ਅਗਰ ਕਿਸੇ ਦਾ ਡਾਊਟ ਸੀਗਾ ਉਹ ਕਲੀਅਰ ਹੋ ਗਿਆ ਹੋਣਾ। ਇਹ ਕੁਐਸਚਨ ਓਬਜੈਕਸ਼ਨ ਦੇ ਵਿੱਚ ਨਹੀਂ ਬਣਦਾ। ਸੋ ਆਈ ਹੋਪ ਜਿਹੜੇ ਵੀ ਸਬਜੈਕਟਸ ਦੇ ਵਿੱਚ ਮੋਸਟਲੀ ਇਹਨਾਂ ਸਬਜੈਕਟਸ ਦੇ ਵਿੱਚ ਹੀ ਜਿਹੜੇ ਡਾਊਟ ਬਣ ਰਹੇ ਸੀਗੇ ਕੈਂਡੀਡੇਟਸ ਦੇ, ਆਪਾਂ ਥੋੜ੍ਹੇ ਕਲੀਅਰ ਕਰ ਦਿੱਤੇ ਆ ਕੁਐਸਚਨਸ ਜਿਹੜੇ ਡਾਊਟ ਵਾਲੇ ਸੀ। ਬਾਕੀ ਓਬਜੈਕਸ਼ਨਸ ਕਿਹਨਾਂ 'ਤੇ ਲੱਗ ਸਕਦੀਆਂ, ਟੋਟਲ 3 ਕੁਐਸਚਨ ਜਿਹੜੇ ਇਹਦੇ ਵਿੱਚ ਬਣੇ ਆ, 2 ਪੰਜਾਬੀ ਦੇ ਅਤੇ 1 ਹਿੰਦੀ ਦਾ, ਜਿਹੜਾ ਕਿ ਆਚਾਰਿਆ ਵਾਲਾ ਹੈ। ਬਾਕੀ ਇਸ ਤੋਂ ਇਲਾਵਾ ਹੋਰ ਕੋਈ ਵੀ ਕੁਐਸਚਨ ਜਿਹੜਾ ਓਬਜੈਕਸ਼ਨ ਦੇ ਵਿੱਚ ਨਹੀਂ ਬਣਦਾ। ਨੂੰ ਹੋਰ ਕੁਐਸਚਨ ਕੋਈ ਲੱਗਦਾ ਹੈ ਕਿ ਇਸਦਾ ਡਾਊਟ ਜਿਹੜਾ ਉਹਨਾਂ ਨੂੰ ਹੈ ਵੀ ਇਸਦਾ ਡਾਊਟ ਹੈ ਅਤੇ ਓਬਜੈਕਸ਼ਨ ਦੇ ਵਿੱਚ ਲਗਾਇਆ ਜਾ ਸਕਦਾ ਹੈ, ਉਸਦਾ ਰਾਈਟ ਆਂਸਰ ਉਹਨਾਂ ਨੂੰ ਕੋਈ ਹੋਰ ਲੱਗਦਾ ਤਾਂ ਉਹ ਵੀ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ। ਆਪਾਂ ਉਸਦੇ ਬਾਰੇ ਵੀ ਜਿਹੜੀ ਹੈ ਜਾਣਕਾਰੀ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ। ਸੋ ਇਹ ਸੀਗੀ ਜੀ ਇਨਫੋਰਮੇਸ਼ਨ ਓਬਜੈਕਸ਼ਨਸ ਦੇ ਰਿਗਾਰਡਿੰਗ, ਜਿਹੜੇ ਕੁਐਸਚਨ ਦੇ ਉੱਤੇ ਡਾਊਟ ਸੀਗਾ ਉਹਨਾਂ ਦੇ ਰਿਗਾਰਡਿੰਗ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਬਾਕੀ ਕੱਟ ਆਫ ਦੇ ਰਿਗਾਰਡਿੰਗ ਇਨਫੋਰਮੇਸ਼ਨ ਆਪਣੇ ਚੈਨਲ ਤੇ ਬਣੀ ਹੋਈ ਹੈ ਜੀ, ਉਸਦੀ ਵੀਡੀਓ ਤੁਸੀਂ ਚੈਨਲ ਤੇ ਜਾਂ ਟੈਲੀਗ੍ਰਾਮ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਉੱਥੋਂ ਮਿਲ ਜਾਏਗਾ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਸੋ ਵੀਡੀਓ ਨੂੰ ਦੇਖੋ ਤੇ ਤੁਸੀਂ ਆਪਣੀ ਕੱਟ ਆਫ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਇਹ ਸੀਗੀ ਇਨਫੋਰਮੇਸ਼ਨ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਹਰ ਇੱਕ ਇਨਫੋਰਮੇਸ਼ਨ ਨੂੰ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।